ਤੁਸੀਂ घरे बैठे कितना सोच लिया कि जरनल कैटागरी के लोग बहुत संपन्न ते बहुत अमीर परिवारों के विचों ने। यह भुलेखा है तुहानू। मैं एक गल होर तुहानू कहना, कल नूं तुसीं दूजी गारंटी तो भी फिरना कि जिहदे विच तुसीं कहा सीगा हज़ार रुपया हर लड़की नूं असीं पंजाब दी लड़की नूं देवांगे, उत्थे भी तुसीं इहो ही कड़ी घोलणी है। मेरी गारंटी है तुहानू, इन्नी छेती ना बदलो। पंजाब दे लोकां ने तुहाडे उत्ते विश्वास प्रगट कीता, फिर जनता दे नाल तुसीं इह हालात बना दिंदे हो। तुसीं मैनीफेस्टो नहीं दिंदे, तुसीं जिन्नियां भी पार्टियां वाले हो, जिद्दां बीमा करन वाले अपनी पॉलिसी दिंदे आ ना, एजेंट घर दे विच आया हुंदा तो ਉਹ ਉੱਤੇ ਥੱਲੇ ਤੱਕ ਵਿਖਾ ਦਿੰਦਾ ਵੀ ਕਿਸੇ ਚੀਜ਼ ਦੀ ਲੋੜ ਨਹੀਂ। ਸਾਥੀਓ, ਮੈਂ ਗੱਲ ਕਰਨ ਲੱਗਾ ਪੰਜਾਬ 'ਚ ਅੱਜ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਬਿਜਲੀ ਦਾ ਮੁੱਦਾ ਕਿ 300 ਯੂਨਿਟ ਜਿਹੜੇ ਹਰ ਪਰਿਵਾਰ ਨੂੰ ਫ੍ਰੀ ਕੀਤੇ ਗਏ ਆ, ਜਿਹਦੇ ਵਿੱਚ ਐਸਸੀ ਤੇ ਬੀਸੀ ਭਾਈਚਾਰੇ ਨੂੰ ਜੇ 300 ਤੋਂ ਉੱਪਰ ਕੋਈ ਯੂਨਿਟ ਬਲਦੇ ਆ ਤੇ ਉਹ 300 ਤੋਂ ਉੱਪਰ ਪੈਸੇ ਲੱਗਣਗੇ, 300 ਯੂਨਿਟ ਦੇ ਨਹੀਂ ਲੱਗਣਗੇ। ਤੇ ਜੇ ਕੋਈ ਜਰਨਲ ਕੈਟਾਗਰੀ ਵਾਲਾ 300 ਤੋਂ ਉੱਪਰ ਜਿਹੜਾ ਯੂਨਿਟ ਬਾਲਦਾ ਵਾ ਤੇ ਉਹਨੂੰ ਪਿਛਲੇ ਵੀ 300 ਨਾਲ ਲਾ ਕੇ ਬਿੱਲ ਦੇ ਵਿੱਚ ਆਉਣਗੇ। ਮੈਂ ਸਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਪੁੱਛਦਾ ਕਿ ਮਾਡਲ ਤੇ ਤੁਸੀਂ ਦਿੱਲੀ ਵਾਲਾ ਦਿਖਾਇਆ ਸੀਗਾ ਕਿ ਬਿਜਲੀ, ਮੈਡੀਕਲ ਤੇ ਐਜੂਕੇਸ਼ਨ ਦੇ ਪੱਖੋਂ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦਾ ਵਿਕਾਸ ਕੀਤਾ ਜਾਊਗਾ। ਫਿਰ ਸੂਬੇ ਦੀ ਸਰਹੱਦ ਦੇ ਨਾਲ ਤੁਹਾਡੀ ਸੋਚ ਕਿਉਂ ਬਦਲ ਜਾਂਦੀ ਆ, ਤੁਹਾਡੀ ਪੰਜਾਬ ਪ੍ਰਤੀ ਸੋਚ ਕਿਉਂ ਬਦਲ ਜਾਂਦੀ ਆ? ਭਾਵੇਂ ਪੰਜਾਬ 'ਚ ਪਾਣੀਆਂ ਦਾ ਮੁੱਦਾ ਹੋਵੇ, ਮਸਲਾ ਹੋਵੇ, ਭਾਵੇਂ ਬਿਜਲੀ ਦਾ ਮਸਲਾ ਹੋਵੇ ਤੇ ਭਾਵੇਂ ਪੰਜਾਬ ਦੀ ਪਰਾਲੀ ਦੇ ਸੜਨ ਦਾ ਮੁੱਦਾ ਹੋਵੇ, ਕਿ ਦਿੱਲੀ ਦੇ ਵਿੱਚ ਵੀ ਬਿਜਲੀ ਜਿਹੜੀ ਕਾਸਟ ਦੇ ਹਿਸਾਬ ਦੇ ਨਾਲ ਫ੍ਰੀ ਕੀਤੀ ਗਈ ਆ ਜਾਂ ਉੱਥੇ ਇੱਕ ਸਾਰੀ ਆ ਬਿਨਾਂ ਭੇਦਭਾਵ ਤੋਂ? ਫਿਰ ਇੱਥੇ ਬਿਨਾਂ ਭੇਦਭਾਵ ਤੋਂ ਕਿਉਂ ਨਹੀਂ ਦਿੱਤੀ ਗਈ ਬਿਜਲੀ ਜਿਹੜੀ ਆ ਕਿ ਇੱਕ ਸਾਰੀ ਸਾਰੇ ਲੋਕਾਂ ਨੂੰ ਫ੍ਰੀ ਦਿੱਤੀ ਜਾਵੇ? ਤੁਸੀਂ ਇਹ ਵੀ ਕਿਹਾ ਸੀਗਾ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਆਪਣੇ ਵਾਅਦਿਆਂ ਦੇ ਵਿੱਚ, ਆਪਣੇ ਲੈਕਚਰਾਂ ਦੇ ਵਿੱਚ ਕਿ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾਊਗਾ। ਔਰ ਲੋਕਾਂ ਨੇ ਵੀ, ਪੰਜਾਬ ਦੇ ਲੋਕਾਂ ਨੇ, ਕੀ ਗਰੀਬ, ਕੀ ਅਮੀਰ, ਕੀ ਅਨਪੜ੍ਹ, ਕੀ ਪੜ੍ਹੇ ਲਿਖੇ, ਕੀ ਐਸਸੀ, ਕੀ ਬੀਸੀ ਤੇ ਕੀ ਜਰਨਲ, ਸਭ ਨੇ ਤੁਹਾਨੂੰ ਇੱਕ ਮੁੱਠ ਹੋ ਕੇ ਇੱਕ ਮੁਸ਼ਤ ਵੋਟ ਪਾਈ ਤੇ 92 ਸੀਟਾਂ ਜਿਹੜੀਆਂ ਤੁਸੀਂ ਹਾਸਲ ਕੀਤੀਆਂ ਵਾ। ਫਿਰ ਇਹ ਜਾਤ ਪਾਤ ਦੇ ਆਧਾਰ ਦੇ ਉੱਤੇ ਵਿਤਕਰਾ ਕਿਉਂ ਪੰਜਾਬ ਦੇ ਨਾਲ? ਜਦੋਂ ਚੋਣ ਮੈਨੀਫੈਸਟੋ ਆਇਆ ਸੀਗਾ ਤੁਹਾਡਾ ਤੇ ਤੁਸੀਂ ਸਾਰਿਆਂ ਦਾ ਸਾਂਝਾ ਉਹਨੂੰ ਦੱਸਿਆ ਸੀਗਾ, ਉਦੋਂ ਮੈਨੀਫੈਸਟੋ ਦੇ ਵਿੱਚ ਇਹ ਕਹਿੰਦੇ ਕਿ ਐਸਸੀ ਲਈ ਆਹ ਸਹੂਲਤਾਂ ਨੇ, ਬੀਸੀ ਲਈ ਆਹ ਸਹੂਲਤਾਂ ਨੇ ਤੇ ਜਰਨਲ ਕੈਟਾਗਰੀ ਵਾਲੇ ਲਈ ਆਹ ਸਹੂਲਤਾਂ ਨੇ। ਤੇ ਮੇਰਾ ਨਹੀਂ ਖਿਆਲ ਫਿਰ ਤੁਹਾਡੀ ਸਰਕਾਰ ਬਣਦੀ। ਇੱਕ ਫਾਰਮ ਮੈਂ ਅੱਜ ਤੁਹਾਡਾ ਕੱਢਿਆ ਸੀਗਾ ਗੂਗਲ ਦੇ ਉੱਤੇ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਪਹਿਲੀ ਗਰੰਟੀ ਦਿੱਤੀ ਸੀ। ਉਹ ਫਾਰਮ ਦੇ ਵਿੱਚ ਲਿਖਿਆ ਤੁਹਾਡਾ ਨਾਮ, ਤੁਹਾਡਾ ਪਤਾ ਤੇ ਤੁਹਾਡਾ ਜਿਹੜਾ ਹਲਕਾ ਕੀ ਹੈ। ਉਹਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਤੁਸੀਂ ਆਪਣੀ ਕਾਸਟ ਵੀ ਦੱਸੋਗੇ। ਔਰ ਮੈਂ ਬਾਰ-ਬਾਰ ਲੋਕਾਂ ਨੂੰ ਇਸ ਗੱਲ ਤੋਂ ਅਗਾਹ ਕਰਦਾ ਸੀਗਾ, ਹਮੇਸ਼ਾ ਹੀ ਕਰਦਾ ਰਹਿਣਾ ਵਾ ਕਿ ਜਦੋਂ ਪੋਲੀਟੀਸ਼ੀਅਨ ਨੇ ਇਲੈਕਸ਼ਨ ਲੜਨੀ ਹੁੰਦੀ ਹੈ, ਕਿਸੇ ਨੇ ਵੀ, ਚਾਹੇ ਉਹ ਤੁਹਾਡੀ ਪਾਰਟੀ ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ, ਚਾਹੇ ਭਾਜਪਾ ਹੈ, ਕਿਸੇ ਨੇ ਵੀ ਵੋਟਾਂ ਲੈਣੀਆਂ ਹੁੰਦੀਆਂ ਤੇ ਉਹਨਾਂ ਦੀ ਬੋਲ ਬਾਣੀ ਜਿਹੜੀ ਹੋਰ ਹੁੰਦੀ ਆ। ਪਰ ਜਦੋਂ ਜਿੱਤ ਜਾਂਦੇ ਆ ਤੇ ਫਿਰ ਕੈਪਟਨ ਵਾਂਗ ਗੱਲਾਂ, ਮਤਲਬ ਪੰਜਾਬੀ ਹੈ ਇਹਦੇ 2-3 ਜਿਹੜੇ ਮਾਇਨੇ ਨਿਕਲ ਆਉਂਦੇ ਨੇ। ਕੈਪਟਨ ਨੇ ਕਿਹਾ ਸੀਗਾ ਪੰਜਾਬ 'ਚ ਨਸ਼ਾ ਖਤਮ ਕਰੂੰਗਾ, ਜਦੋਂ ਵੋਟਾਂ ਪੈ ਗਈਆਂ, ਮੁੱਖ ਮੰਤਰੀ ਬਣ ਗਿਆ ਤੇ ਫਿਰ ਕਹਿੰਦਾ ਮੈਂ ਕਿਹਾ ਸੀਗਾ ਵੀ ਨਸ਼ੇ ਦਾ ਲੱਕ ਤੋੜ ਦੂੰਗਾ। ਫਿਰ ਉਹਨੇ ਕਿਹਾ ਸੀਗਾ ਕਿ ਪੰਜਾਬ ਦੇ ਸਾਰੇ ਜਿਹੜੇ ਕਿਸਾਨਾਂ ਦੇ ਕਰਜ਼ੇ ਆ ਉਹ ਮਾਫ ਕੀਤੇ ਜਾਣਗੇ। ਤੇ ਜਦੋਂ ਵੋਟਾਂ ਪੈ ਗਈਆਂ, ਜਦੋਂ ਹੱਥ ਪੱਲਾ ਨਹੀਂ ਪਿਆ ਤੇ ਫਿਰ ਉਦੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰਕਾਰੀ ਬੈਂਕਾਂ ਦੇ ਕਰਜ਼ੇ ਜਿਹੜੇ ਉਹ ਮਾਫ ਕੀਤੇ ਜਾਣਗੇ। अपना मतलब कढ़ण तो बाद एडी छेती बदलते किवें हो यार तुसी लोग कि मतलब निकल गया तो पहचानते नहीं, ऐसे जा रहे हैं जैसे जानते ही नहीं। फिर जनता दे नाल तुसी ये हालात बना दिंदे हो। तुसी मैनीफेस्टो नहीं दिंदे, तुसी जिन्नियां भी पार्टियां वाले हो जिद्दां बीमा करन वाले अपनी पॉलिसी दिंदे आ ना, एजेंट घर दे विच आया हुंदा तो ਉਹ ਉੱਤੇ थल्ले तक विखा दिंदा भी किसी चीज़ की लोड़ नहीं, तुहाडा इलाज भी असीं करावांगे, तुहानूं आह सहूलतां भी देवांगे। मतलब तुहाडा ਉਹ माँ प्यो ही बन जांदा भी इहो ही तुहाडा वारस आ, इहो ही तुहाडा रब आ। ਤੇ ਫਿਰ ਜਦੋਂ ਲੋੜ ਦੀ ਵਾਰੀ ਆਉਂਦੀ ਆ ਕਿਤੇ ਇਲਾਜ ਕਰਾਉਣ ਦੀ ਜਾਂ बीमे की सहूलत लैन की, फिर एक लैन थल्ले जिहड़ी लिखी वो भुल जाने असीं लोग कि टर्म्स एंड कंडीशन अपलाई। वो तुसीं अपने मैनीफेस्टो थल्ले भी लिख दिया करो भी टर्म एंड कंडीशन अपलाई। इस तरह किस तरह बदल सकते हो? मैं एक गल होर तुहानूं कहना, कल नूं तुसीं दूजी गरंटी तो भी फिरना कि जिहदे विच तुसीं कहा सीगा हज़ार रुपया हर लड़की नूं असीं पंजाब दी लड़की नूं देवांगे, उत्थे भी तुसीं इहो ही कड़ी घोलणी है। मेरी गरंटी है तुहानूं, इन्नी छेती ना बदलो। पंजाब दे लोकां ने तुहाडे उत्ते विश्वास प्रगट किया। कैप्टन ते बादल वाला हाल ना करो सूबे का। जदों बादलों का राज सीगा वो लोगों के उत्ते जुल्म करते सीगे ते लोग कहिंदे सी इहदे नालों कैप्टन चंगा, दोवें रले सीगे। ते जदों कैप्टन का राज आ गया उदों उन्हें होर ज़्यादा उन्हां तों तंग कीता, लोकां नूं
ਹੋਰ ਜ਼ਿਆਦਾ ਮਤਲਬ ਜ਼ੁਲਮ ਕੀਤੇ ਤੇ ਲੋਕ ਇਹ ਕਹਿਣਾ ਸ਼ੁਰੂ ਹੋ ਗਏ ਸੀ ਇਹਦੇ ਨਾਲੋਂ ਬਾਦਲ ਚੰਗੇ ਸੀ, ਜਦ ਕਿ ਦੋਵੇਂ ਨਹੀਂ ਸੀ ਚੰਗੇ। ਤੇ ਤੁਸੀਂ ਹੁਣ ਇੰਨਾ ਤੰਗ ਤੇ ਇੰਨਾ ਸਾਡੇ ਪੰਜਾਬ ਦੇ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਓ ਕਿ ਅਖੀਰ ਦੇ ਵਿੱਚ ਅਸੀਂ ਇਹ ਕਹਿਣਾ ਸ਼ੁਰੂ ਕਰ ਦਈਏ ਵੀ ਤੁਹਾਡੇ ਨਾਲੋਂ ਤੇ ਦੋਵੇਂ ਚੰਗੇ ਸੀਗੇ। ਜਾਤ ਪਾਤ ਨੂੰ ਉਹ ਪਹਿਲ ਨਹੀਂ ਸੀ ਦਿੰਦੇ, ਉਹ ਮਾੜੇ ਸੀਗੇ ਚੰਗੇ ਸੀਗੇ। ਮੈਂ ਤੁਹਾਨੂੰ ਆਹ ਕਹਾਣੀ ਮੈਂ ਅਕਸਰ ਸੁਣਾਉਣਾ ਨਾ, ਤੇ ਫਿਰ ਇਹਦੇ ਤੇ ਵੀ ਉਹ ਪੂਰੀ ਢੁੱਕਦੀ ਆ ਵੀ ਇੱਕ ਰਾਜਾ ਸੀਗਾ, ਉਹ ਲੋਕਾਂ ਦੇ ਮੂੰਹ ਦੇ ਵਿੱਚੋਂ ਜਦੋਂ ਮਰ ਜਾਂਦੇ ਸੀ ਨਾ, ਮੂੰਹ 'ਚ ਪੈਸੇ ਰੱਖੇ ਜਾਂਦੇ ਸੀ ਤੇ ਉਹ ਵੀ ਕੱਢ ਲੈਂਦਾ ਸੀ। ਇਹ ਮੈਂ ਕਹਾਣੀ ਤੁਹਾਨੂੰ ਸੁਣਾਉਣ ਲੱਗਾ, ਅੱਗੇ ਵੀ ਸੁਣਾਈ ਆ। ਲੋਕਾਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲੈਂਦਾ ਸੀਗਾ। ਜਦੋਂ ਮਰ ਜਾਂਦਾ ਉਹਦਾ ਬੱਚਾ ਰਾਜਗੱਦੀ ਤੇ ਬਹਿੰਦਾ ਤੇ ਉਹ ਕਹਿੰਦਾ ਯਾਰ ਮੇਰੇ ਪਿਓ ਨੂੰ ਦੁਨੀਆ ਗਾਲਾਂ ਬੜੀਆਂ ਕੱਢਦੀ ਆ, ਮੇਰੇ ਪਿਓ ਨੂੰ ਲੋਕ ਮਾੜਾ ਬੜਾ ਕਹਿੰਦੇ ਨੇ, ਤੇ ਕੋਈ ਸਲਾਹ ਦਿਓ ਜਿਹਦੇ ਨਾਲ ਲੋਕ ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦੇਣ। ਇਹੋ ਜਿਹਾ ਸਲਾਹਕਾਰ ਕੋ ਤੁਸੀਂ ਵੀ ਰੱਖ ਲਿਆ। ਉਹਨੇ ਅੱਗੋਂ ਕਿਹਾ ਵੀ ਇਹ ਕਿਹੜੀ ਵੱਡੀ ਗੱਲ ਹੈ ਰਾਜਾ ਸਾਹਿਬ, ਤੁਹਾਡਾ ਬਾਪ ਤੇ ਲੋਕਾਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢਦਾ ਸੀਗਾ, ਤੁਸੀਂ ਲਾਸ਼ ਵੀ ਬਾਹਰ ਕੱਢਿਆ ਕਰੋ, ਉਹਦੇ 4-4 ਛਿੱਤਰ ਮਾਰ ਕੇ ਤੇ ਫਿਰ ਉਹਨੂੰ ਨੱਪ ਦਿਆ ਕਰੋ। ਜਦੋਂ ਉਹਨੇ ਇਦਾਂ ਕਰਨਾ ਸ਼ੁਰੂ ਕੀਤਾ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਦੇ ਨਾਲੋਂ ਤੇ ਇਹਦਾ ਪਿਓ ਚੰਗਾ ਸੀਗਾ। ਸੋ ਸਾਡੇ ਹਾਲਾਤ ਇਹੋ ਜਿਹੇ ਨਾ ਬਣਾਓ ਕਿ ਅਸੀਂ ਇਹ ਕਹਿਣਾ ਸ਼ੁਰੂ ਕਰ ਦਈਏ ਵੀ ਤੁਹਾਡੇ ਨਾਲੋਂ ਤਾਂ ਦੋਵੇਂ ਚੰਗੇ ਸੀਗੇ। ਉਹ ਲੋਕਾਂ ਨੂੰ ਜਾਤ ਪਾਤ 'ਚ ਤੇ ਨਹੀਂ ਸੀ ਨਾ ਵੰਡਦੇ, ਜੋ ਬਾਕੀ ਪਾਰਟੀਆਂ ਕਰਦੀਆਂ ਰਹੀਆਂ ਗੰਦੀ ਸਿਆਸਤ, ਜਾਤ ਪਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਕੌਮ ਮਜ਼ਹਬ ਦੇ ਨਾਮ ਦੇ ਉੱਤੇ, ਆਪਣਾ ਵੋਟ ਬੈਂਕ ਇਕੱਠਾ ਕਰਨ ਦੇ ਨਾਮ ਦੇ ਉੱਤੇ ਤੁਸੀਂ ਵੀ ਯਾਰ ਉਹਨਾਂ ਰਾਹਾਂ ਦੇ ਉੱਤੇ ਹੀ ਤੁਰ ਪਏ। ਤੁਸੀਂ ਤੇ ਬੜੇ ਮਤਲਬ ਸੈਕੂਲਰ ਆਪਣੇ ਆਪ ਨੂੰ ਦੱਸਿਆ ਸੀਗਾ, ਅਜੇ ਹਾਈ ਕੋਰਟ ਤੇ ਇਹ ਕਹਿ ਰਿਹਾ, ਮਤਲਬ ਇਹ ਇਨਸਟਰਕਸ਼ਨ ਆ ਰਹੀਆਂ ਕਿ ਕਿਸੇ ਦੇ ਉੱਤੇ ਕੋਈ ਪਰਚਾ ਵੀ ਦਰਜ ਕਰਨਾ ਤੇ ਉਹਦੀ ਜਾਤ ਨਾ ਲਿਖੀ ਜਾਵੇ, ਤੇ ਉਹ ਇਹ ਇਨਸਟਰਕਸ਼ਨ ਦੇ ਰਿਹਾ ਤੇ ਤੁਸੀਂ ਵੋਟਾਂ ਦੀ ਖਾਤਰ ਲੋਕਾਂ ਨੂੰ ਸਹੂਲਤਾਂ ਦੇ ਨਾਂ ਦੇ ਉੱਤੇ ਜਾਤ ਪਾਤ ਤੇ ਵੰਡ ਰਹੇ ਹੋ। ਯਾਰ ਥਾਣਿਆਂ 'ਚ ਤੇ ਜਾਤ ਲਿਖਣੋਂ ਹਟ ਗਏ ਅਫਸਰ ਜਿਹੜੇ ਨੇ, ਤੇ ਤੁਸੀਂ ਲੋਕਾਂ ਨੂੰ ਸਹੂਲਤਾਂ ਦਿੰਦੇ ਹੋ ਔਰ ਉਹਦੀ ਜਾਤ ਪੁੱਛ ਕੇ ਦਿੰਦੇ ਹੋ। ਤੁਸੀਂ ਹਿਮਾਚਲ ਤੇ ਗੁਜਰਾਤ ਦੇ ਵਿੱਚ ਵੀ ਚੋਣਾਂ ਲੜ ਰਹੇ ਹੋ, ਉੱਥੋਂ ਦੀ ਜਨਤਾ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਲੋਕ ਖਾਸ ਕਰਕੇ ਹਿਮਾਚਲ ਵਾਲੇ, ਕਿਉਂਕਿ ਉੱਥੇ ਲੋਕ ਬੜੇ ਸ਼ਾਂਤਮਈ ਨੇ, ਮੈਂ ਨਹੀਂ ਉੱਥੇ ਕੋਈ ਬਹੁਤੇ ਲੜਾਈ ਝਗੜੇ ਵੇਖੇ। ਉੱਥੇ ਤੁਸੀਂ ਥਾਣਿਆਂ ਦਾ ਗ੍ਰਾਫ ਵੀ ਚੈੱਕ ਕਰ ਸਕਦੇ ਹੋ, ਨਾ ਹੀ ਉੱਥੇ ਲੋਕ ਕੋਈ ਜਾਤ ਪਾਤ 'ਚ ਨਾ ਹੀ ਕੋਈ ਧਰਮਾਂ ਦੇ ਵਿੱਚ ਬਹੁਤੇ ਉਲਝੇ ਆ। ਕਿਤੇ ਜਿੱਤਣ ਤੋਂ ਬਾਅਦ ਤੁਹਾਡੇ ਵਿੱਚ ਵੀ ਇੰਨੀ ਨਫ਼ਰਤ ਨਾ ਫੈਲਾ ਦੇਣ ਆਪਣੇ ਸਿਆਸੀ ਮੰਤਵ ਲਈ, ਆਪਣਾ ਵੋਟ ਬੈਂਕ ਇਕੱਠਾ ਕਰ ਲਈ। ਕਮ ਸੇ ਕਮ ਉਹ ਸੂਬਾ ਜੇ ਬਚਿਆ ਨਾ ਇਹਨਾਂ ਝੰਡਟਾਂ ਤੋਂ, ਤੇ ਉਹਨੂੰ ਬਚਿਆ ਰਹਿਣ ਦਿਓ। ਉਹਨਾਂ ਨੂੰ ਤੇ ਕਮ ਸੇ ਕਮ ਜਾਂ ਆਪਣੇ ਮੈਨੀਫੈਸਟੋ ਦੇ ਵਿੱਚ ਆਪਣੀ ਸਥਿਤੀ ਸਪਸ਼ਟ ਕਰੋ ਵੀ ਅਸੀਂ ਆਹ ਮੈਨੀਫੈਸਟੋ ਦਿੱਤਾ, ਪਰ ਅਸੀਂ ਜਿਹੜਾ ਸਹੂਲਤਾਂ ਦੇਣੀਆਂ ਉਹ ਕੱਲ ਨੂੰ ਟਰਮਸ ਐਂਡ ਕੰਡੀਸ਼ਨ ਅਪਲਾਈ ਔਰ ਜਾਤ ਪਾਤ ਦੇ ਨਾਂ ਤੇ ਦਿੱਤੀਆਂ ਜਾਣਗੀਆਂ। ਹਿਮਾਚਲ ਵਾਲਿਆਂ ਨੂੰ ਤੇ ਗੁਜਰਾਤ ਵਾਲਿਆਂ ਨੂੰ ਵੀ ਕਹਿਣਾ ਵੀ ਇਹ ਕਨਫਰਮ ਜ਼ਰੂਰ ਕਰਿਓ। ਮੈਂ ਕਹਿੰਦਾ ਭਗਵੰਤ ਮਾਨ ਜੀ, ਤੁਸੀਂ ਕਿਹਾ ਸੀਗਾ ਕਿ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਘਰੇ ਬੈਠੇ ਕਿਸ ਤਰ੍ਹਾਂ ਸੋਚ ਲਿਆ? ਤੁਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਮੈਂ ਇੱਕ ਸਾਰ ਤੁਹਾਨੂੰ ਵੇਖੂੰਗਾ, ਤੁਸੀਂ ਘਰੇ ਬੈਠੇ ਕਿਸ ਤਰ੍ਹਾਂ ਸੋਚ ਲਿਆ ਕਿ ਜਰਨਲ ਕੈਟਾਗਰੀ ਦੇ ਲੋਕ ਬਹੁਤ ਸੰਪਨ ਤੇ ਬਹੁਤ ਅਮੀਰ ਪਰਿਵਾਰਾਂ ਦੇ ਵਿੱਚੋਂ ਨੇ? ਇਹ ਭੁਲੇਖਾ ਹੈ ਤੁਹਾਨੂੰ। ਮੈਂ ਕੋਵਿਡ ਦੇ ਵਿੱਚ ਕੰਮ ਕੀਤਾ ਰਾਸ਼ਨ ਵੰਡਣ ਦਾ, ਮੈਂ ਦੇਖਿਆ ਉੱਥੇ ਕਿੰਨੇ ਜਰਨਲ ਜਿਹੜੇ ਲੋਕ ਸੀਗੇ, ਜਰਨਲ ਕੈਟਾਗਰੀ ਨਾਲ ਸੰਬੰਧਿਤ ਸੀਗੇ, ਉਹਨਾਂ ਨੇ ਸੁਸਾਈਡ ਕੀਤਾ ਆਪਣੀ ਗਰੀਬੀ ਕਰਕੇ। ਅੰਮ੍ਰਿਤਸਰ ਦੇ ਵਿੱਚ ਇੱਕ ਸਟੋਰ ਦੇ ਉੱਤੇ ਬੱਚਾ ਕੰਮ ਕਰਦਾ ਸੀਗਾ, ਬੱਚਿਆਂ ਦੀ ਫੀਸ ਨਹੀਂ ਦਿੱਤੀ ਗਈ, ਘਰ ਦੇ ਵਿੱਚ ਰਾਸ਼ਨ ਨਹੀਂ ਚੱਲਿਆ, ਕਰਜ਼ਾ ਇੰਨਾ ਚੜਿਆ ਸੀਗਾ, ਉਹਨੇ ਸੁਸਾਈਡ ਕਰ ਲਿਆ। ਮੇਰੇ ਨਾਲ ਕੋਈ ਸੱਜਣ ਗਏ, ਉਹਦੇ ਘਰ ਦਾ ਕਰਜ਼ਾ ਵੀ ਲਾਇਆ, ਉਹਦੀ ਵਾਈਫ ਦੇ ਚੈੱਕ ਤੱਕ ਲਏ ਹੋਏ ਸੀਗੇ। ਲੁਧਿਆਣੇ ਦੇ ਵਿੱਚ ਇੱਕ ਜਿਮ ਵਾਲੇ ਨੇ ਖੁਦਕੁਸ਼ੀ ਕੀਤੀ ਸੀ, ਬੱਚੇ ਦੀ ਫੀਸ ਨਹੀਂ ਦਿੱਤੀ ਗਈ, ਉਹ ਵੀ ਜਰਨਲ ਕੈਟਾਗਰੀ ਤੋਂ ਸੀਗਾ। ਪਿਛਲੇ ਸਾਲ ਉਹਦੀ ਫੀਸ ਦਿੱਤੀ 50,000 ਰੁਪਈਆ, 3 ਦਿਨ ਪਹਿਲਾਂ ਉਹਦਾ ਚੈੱਕ ਫਿਰ ਭੇਜਿਆ, ਕਿਉਂਕਿ ਉਹਨੂੰ ਕਿਹਾ ਸੀਗਾ ਕਿ 10ਵੀਂ 12ਵੀਂ ਤੱਕ ਤੇਰੀ ਜਿੰਨਾ ਖਰਚਾ ਆਊਗਾ ਪੜ੍ਹਾਈ ਦਾ ਦਿੱਤਾ ਜਾਊਗਾ। ਆਹ ਜਰਨਲ ਜਿਹੜੇ ਲੋਕ ਸੀਗੇ, ਇਹਨਾਂ ਦੇ ਵੀ ਇਹੋ ਹਾਲਾਤ ਸੀਗੇ। ਬਠਿੰਡੇ ਦੇ ਵਿੱਚ ਮੈਂ ਗਿਆ ਸੀਗਾ, ਇੱਕ ਕਿੱਲੇ ਵਾਲੇ ਜੱਟ ਖੁਦਕੁਸ਼ੀ ਕਰਨ ਲੱਗੇ ਸੀਗੇ। ਮੈਂ ਗਿਆ ਉੱਥੇ, ਜੋ ਸਰਦਾ ਪੁੱਜਦਾ ਮੇਰੇ ਨਾਲ ਸੱਜਣ ਗਏ, ਉਹਨਾਂ ਨੂੰ ਦਿੱਤਾ ਤੇ ਉੱਥੇ ਉਹ ਰੋਕਿਆ। ਉਹਨਾਂ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਸੀ ਅਸੀਂ ਖੁਦਕੁਸ਼ੀ ਕਰਨੀ ਆ। ਕਈ ਮਿਸਾਲਾਂ ਇਹਦੇ ਨਾਲ ਦੀਆਂ ਤੁਹਾਨੂੰ ਮੇਰੀ ਫੇਸਬੁੱਕ ਦੇ ਉੱਤੇ ਮਿਲ ਜਾਣਗੀਆਂ। ਮੈਂ ਦੇਖਿਆ ਕਿਵੇਂ ਜਰਨਲ ਵਰਗ ਦੇ ਲੋਕ, ਜਦੋਂ ਕੋਵਿਡ ਚੱਲਦਾ ਸੀਗਾ, ਸਾਡੇ ਕੋਲ ਫੋਨ ਕੀਤੇ, ਉਹਨਾਂ 5-5 ਕਿਲੋ ਆਟਾ ਮੰਗਵਾਇਆ, ਸਿਰਫ ਸਾਹਮਣੇ ਨਹੀਂ ਸੀ ਆਉਣਾ ਚਾਹੁੰਦੇ, ਇੰਨੀ ਜ਼ਿਆਦਾ ਉਹ ਸ਼ਰਮ ਮਹਿਸੂਸ ਕਰਦੇ ਸੀ। ਤੁਹਾਡੇ ਇਸ ਫੈਸਲੇ ਨਾਲ ਕਿਤੇ ਇਹ ਨਾ ਹੋਵੇ ਵੀ ਕਈ ਮਜ਼ਦੂਰ, ਕਈ ਕਾਰੋਬਾਰੀ, ਕਈ ਰੇੜੀ ਜਿਹੜੀ ਫੜੀ ਲਾਉਂਦੇ ਨੇ ਉਹ ਬਹੁਤ ਗਰੀਬ ਨੇ, ਪਰ ਜਰਨਲ ਜਿਹੜੇ ਵਰਗ ਨਾਲ ਸੰਬੰਧਿਤ ਨੇ ਉਹ ਇਸ ਸਕੀਮ ਦੇ ਉੱਤੋਂ ਵਾਂਝੇ ਰਹਿ ਜਾਣ। ਬਹੁ ਗਿਣਤੀ ਦੇ ਵਿੱਚ ਲੋਕ ਜਰਨਲ ਕੈਟਾਗਰੀ ਦੇ ਵਿੱਚ ਦਿਹਾੜੀ ਮਜ਼ਦੂਰੀ ਰੇੜੀਆਂ ਦੇ ਉੱਤੇ ਕੰਮ ਕਰਦੇ ਆ, ਤੇ ਕਈ ਇਹੋ ਜਿਹੇ BC SC ਭਾਈਚਾਰੇ ਦੇ ਲੋਕ ਆ ਜਿਹੜੇ ਬਹੁਤ ਵੱਡੇ ਕਾਰੋਬਾਰੀ ਨੇ। ਉਹ ਇਸ ਸਹੂਲਤ ਦੀ ਉਹਨਾਂ ਨੂੰ ਲੋੜ ਹੀ ਨਹੀਂ ਜਿਹੜੀ ਤੁਸੀਂ ਉਹਨਾਂ ਨੂੰ ਦੇਣ ਜਾ ਰਹੇ ਹੋ। ਇਹ ਵਿਤਕਰਾ ਕਰਨਾ ਨਹੀਂ ਸੀ ਚਾਹੀਦਾ। ਇਹ ਸਹੂਲਤ ਉਹਨਾਂ SC ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇਗੀ ਜਿਨ੍ਹਾਂ ਦਾ ਸਾਰਾ ਪਰਿਵਾਰ ਸਰਕਾਰੀ ਉੱਚ ਅਹੁਦਿਆਂ ਦੇ ਉੱਤੇ ਕੰਮ ਕਰ ਰਿਹਾ, ਜਦ ਕਿ ਉਹਨਾਂ ਬਾਣੀਆਂ
ਜੱਟਾਂ ਬ੍ਰਾਹਮਣਾਂ ਨੂੰ ਨਹੀਂ ਮਿਲੇਗੀ, ਜਿਹੜੇ ਆਪਣੇ ਪਰਿਵਾਰ ਦੇ ਇਲਾਜ ਲਈ ਵੀ ਸ਼ਾਹੂਕਾਰਾਂ ਤੋਂ 10% ਵਿਆਜ ਜਿਹੜੇ ਪੈਸੇ ਲੈ ਕੇ ਸਿਰ ਦੇ ਉੱਤੇ ਵਿਆਜੀ ਪੈਸੇ ਚੁੱਕ ਕੇ 10-10 ਹਜ਼ਾਰ ਰੁਪਈਆ ਲੈ ਕੇ 8-8 ਹਜ਼ਾਰ ਲੈ ਕੇ ਤੇ 100 ਰੋਜ਼ ਮੋੜਦੇ ਆ, 10,000 ਰੁਪਈਆ ਉਹਨਾਂ ਨੂੰ ਮੋੜਨਾ ਪੈਂਦਾ, ਉਹਨਾਂ ਨੂੰ ਇਹ ਸਹੂਲਤ ਨਹੀਂ ਮਿਲੂਗੀ। ਮਿਸਾਲ ਤੁਹਾਡੀ ਦੂਰ ਕੀ ਜਾਣਾ, ਤੁਹਾਡੀ ਵਿਧਾਨ ਸਭਾ ਦੇ ਵਿੱਚ ਹੀ ਮੌਜੂਦ ਹੈ, ਮੋਹਾਲੀ ਤੋਂ ਤੁਹਾਡੇ ਵਿਧਾਇਕ ਆ ਕੁਲਵੰਤ ਸਿੰਘ, ਉਹ BC ਕੈਟਾਗਰੀ ਨਾਲ ਸੰਬੰਧਿਤ ਨੇ। 238 ਕਰੋੜ ਰੁਪਏ ਦੀ ਜਾਇਦਾਦ ਉਹਨਾਂ ਆਪਣੇ ਜਿਹੜਾ ਫਾਰਮ ਫਿਲ ਕੀਤਾ ਉਹਦੇ ਵਿੱਚ ਵਿਖਾਈ ਆ। ਤੇ ਦੂਜੇ ਪਾਸੇ ਨਰਿੰਦਰ ਭਰਾਜ, ਉਹ ਸਾਡੀ ਮਤਲਬ ਭੈਣ MLA ਬਣੀ ਆ, ਉਹ ਜਰਨਲ ਕੈਟਾਗਰੀ ਤੋਂ, ਉਹਨੇ ਸਾਰਾ ਦੱਸਿਆ ਵੀ ਮੇਰੇ ਕੋਲ 24,000 ਰੁਪਏ ਦੀ ਜਾਇਦਾਦ ਆ, 238 ਕਰੋੜ ਵਾਲੇ ਨੂੰ ਤੇ ਇਹ ਫਾਇਦਾ ਮਿਲੂਗਾ, ਪਰ 24,000 ਜਿਹਦੀ ਟੋਟਲ ਜਾਇਦਾਦ ਆ ਉਹਨੂੰ ਇਹ ਫਾਇਦਾ ਨਹੀਂ ਮਿਲੂਗਾ। ਜਿਹੜੀ ਉਹ ਬੱਚੀ, ਜਿਹੜੀ ਉਹ ਭੈਣ ਸਾਡੀ ਆਪ ਸਕੂਟਰਾਂ ਤੇ ਜਾ ਕੇ ਪੋਸਟਰ ਲਾਉਂਦੀ ਰਹੀ ਆ। ਫਿਰ ਇਹੋ ਜਿਹਾ ਵਿਤਕਰਾ ਮਤਲਬ ਤੁਹਾਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਸਲਾਹ ਕਰਨੀ ਚਾਹੀਦੀ ਸੀ। ਦੂਜੀ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮਾਨ ਸਾਹਿਬ ਤੁਹਾਡੇ ਉਸ ਕੀਤੇ ਵਾਅਦੇ ਦਾ ਕੀ ਬਣੂਗਾ ਜਿਹਦੇ ਵਿੱਚ ਤੁਸੀਂ ਇਹ ਕਿਹਾ ਸੀਗਾ ਬੱਚੇ ਬਾਹਰਲੇ ਮੁਲਕਾਂ 'ਚ ਜਾਣੋਂ ਅਸੀਂ ਰੋਕਾਂਗੇ, ਅੰਗਰੇਜ਼ ਇੱਥੇ ਨੌਕਰੀ ਕਰਨ ਸਾਡੇ ਕੋਲੋਂ ਨੌਕਰੀ ਮੰਗਣਗੇ, ਇੰਡਸਟਰੀ ਨੂੰ ਕਾਰੋਬਾਰ ਨੂੰ ਤੁਸੀਂ ਉਤਸ਼ਾਹਤ ਨਹੀਂ ਕਰੋਗੇ, ਤੁਸੀਂ ਉਹਨਾਂ ਨੂੰ ਸਹੂਲਤਾਂ ਨਹੀਂ ਦਿਓਗੇ, ਉਹਨਾਂ ਨੂੰ ਪ੍ਰਫੁੱਲਤ ਨਹੀਂ ਕਰੋਗੇ, ਕੰਮ ਇੱਥੇ ਵਧਾਓਗੇ ਨਹੀਂ, ਤੇ ਬੱਚੇ ਬਾਹਰ ਜਾਣੋਂ ਰੁਕਣਗੇ ਕਿਵੇਂ ਤੁਹਾਡੇ? ਕੀ ਬਿਜਲੀ ਫ੍ਰੀ ਦੇ ਲਾਲਚ ਦੇ ਵਿੱਚ ਬੱਚੇ ਇੱਥੇ ਰਹਿ ਜਾਣਗੇ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ, ਚਾਹੇ ਉਹ SC ਹੋਣ, ਚਾਹੇ BC ਹੋਣ, ਚਾਹੇ ਜਰਨਲ ਹੋਣ? ਕੀ ਬਿਜਲੀ ਦੇ ਲਾਲਚ ਦੇ ਵਿੱਚ ਤੁਸੀਂ ਬੱਚਿਆਂ ਨੂੰ ਇੱਥੇ ਰੱਖ ਸਕਦੇ ਹੋ? ਤੇ ਕੀ ਬਾਹਰਲੇ ਅੰਗਰੇਜ਼ ਇੱਥੋਂ ਆਟਾ ਲੈਣ ਦੇ ਚੱਕਰ 'ਚ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਕਰਨਗੇ?